ਡੀਅਰ ਸਟੂਡੈਂਟਸ ਚੈਪਟਰ 5 ਦੀ ਐਕਸਰਸਾਈਜ਼ ਦੇ ਪਹਿਲੇ 5 ਕੁਐਸਚਨ ਆਪਾਂ ਕਰ ਚੁੱਕੇ ਹਾਂ ਲਾਸਟ ਵੀਡੀਓ ਦੇ ਵਿੱਚ। ਹੁਣ ਆਪਾਂ ਇਹਦੇ ਬਾਕੀ ਦੇ ਕੁਐਸਚਨਸ ਦੇਖਦੇ ਹਾਂ। ਸੋ ਕੁਐਸਚਨ ਨੰਬਰ 6 ਹੈ the position of three elements A, B and C in the periodic table are shown below। A, B ਤੇ C ਕਿੱਥੇ ਦਿਖਾਏ ਗਏ ਹਨ? ਗਰੁੱਪ 16 ਦੇ ਵਿੱਚ ਚੌਥਾ ਐਲੀਮੈਂਟ is B ਤੇ ਗਰੁੱਪ 17 ਦੇ ਵਿੱਚ ਸੈਕੰਡ ਐਲੀਮੈਂਟ is A ਐਂਡ ਫੋਰਥ ਐਲੀਮੈਂਟ is C। ਓਕੇ, ਸੋ ਆਪਾਂ ਇੱਕ ਪੀਰੀਓਡਿਕ ਟੇਬਲ ਦੇ ਵਿੱਚ ਦੇਖਦੇ ਹਾਂ ਇਹਨੂੰ। ਗਰੁੱਪ 16 ਦੇ ਵਿੱਚ ਫੋਰਥ ਐਲੀਮੈਂਟ ਮਤਲਬ ਕਿ ਐਟੋਮਿਕ ਨੰਬਰ 52 ਟੈਲੂਰੀਅਮ। ਗਰੁੱਪ 16 ਦੇ ਵਿੱਚ ਫੋਰਥ ਐਲੀਮੈਂਟ ਇਹ ਹੈ B। ਗਰੁੱਪ 17 ਦੇ ਵਿੱਚ ਗਰੁੱਪ 17 ਦੇ ਵਿੱਚ ਸੈਕੰਡ ਐਲੀਮੈਂਟ ਯਾਨੀ ਕਿ ਕਲੋਰੀਨ ਐਟੋਮਿਕ ਨੰਬਰ 17 ਇਜ਼ ਐਲੀਮੈਂਟ A ਤੇ ਗਰੁੱਪ 17 ਦੇ ਵਿੱਚ ਹੀ ਐਲੀਮੈਂਟ ਨੰਬਰ 4 ਯਾਨੀ ਕਿ 53 ਐਟੋਮਿਕ ਨੰਬਰ ਆਇਓਡੀਨ ਇਹ ਹੈ ਐਲੀਮੈਂਟ C। ਸੋ A ਐਲੀਮੈਂਟ ਹੈ ਕਲੋਰੀਨ ਐਟੋਮਿਕ ਨੰਬਰ 17, B ਐਲੀਮੈਂਟ ਹੈ ਟੈਲੂਰੀਅਮ 52 ਐਟੋਮਿਕ ਨੰਬਰ ਤੇ C ਐਲੀਮੈਂਟ ਹੈ ਆਇਓਡੀਨ ਐਟੋਮਿਕ ਨੰਬਰ 53। ਓਕੇ, ਹੁਣ ਆਪਾਂ ਦੇਖਦੇ ਹਾਂ ਕਿ ਅੱਗੇ ਕੀ ਕੁਐਸਚਨ ਪੁੱਛੇ ਜਾ ਰਹੇ ਹਨ ਇਹਨਾਂ ਦੇ ਬੇਸਿਸ ਤੇ। ਸੋ ਪਹਿਲਾ ਕੁਐਸਚਨ ਹੈ ਸਟੇਟ ਵੈਦਰ A ਇਜ਼ ਅ ਮੈਟਲ ਔਰ ਨॉन ਮੈਟਲ। ਓਕੇ, A ਮੈਟਲ ਹੈ ਕਿ ਨॉन ਮੈਟਲ ਹੈ। ਗਰੁੱਪ 17 ਮਤਲਬ ਕਿ ਵੈਲੈਂਸੀ -1, ਵੈਲੈਂਸੀ -1 ਹੈ ਤੇ ਯੈਲੋ ਦੇ ਵਿੱਚ ਵੀ ਮਾਰਕ ਹੈ, ਸੋ ਦੈਟ ਇਜ਼ ਅ ਨॉन ਮੈਟਲ। ਓਕੇ, ਹੁਣ ਨੈਕਸਟ ਆਉਂਦੇ ਹਾਂ। ਨੈਕਸਟ ਕੁਐਸਚਨ ਹੈ ਆਪਣੇ ਕੋਲ ਸਟੇਟ ਵੈਦਰ C ਇਜ਼, ਇਹਦਾ ਹੀ B ਪਾਰਟ 6 ਕੁਐਸਚਨ ਦਾ। ਸਟੇਟ ਵੈਦਰ C ਇਜ਼ ਮੋਰ ਰਿਐਕਟਿਵ ਔਰ ਲੈਸ ਰਿਐਕਟਿਵ ਦੈਨ A। ਤਾਂ C ਕੀ ਜ਼ਿਆਦਾ ਰਿਐਕਟਿਵ ਹੋਏਗੀ ਜਾਂ ਘੱਟ ਰਿਐਕਟਿਵ ਹੋਏਗੀ? ਹੁਣ ਦੇਖੋ ਜਿਹੜਾ ਗਰੁੱਪ 17 ਹੈ ਦੋਨੋਂ ਹੀ ਨॉन ਮੈਟਲਸ ਹੈ, A ਵੀ ਤੇ C ਵੀ। ਜਿਹੜਾ ਐਲੀਮੈਂਟ, ਹੁਣ ਦੇਖੋ ਇਸ ਕਨਸੈਪਟ ਨੂੰ ਕੋਈ ਦੁਬਾਰਾ ਹੁਣ ਧਿਆਨ ਨਾਲ ਸਮਝਣਾ। ਐਲੀਮੈਂਟ ਜਿੰਨਾ ਉੱਪਰ ਹੈ ਨॉन ਮੈਟਲ ਦੇ ਕੇਸ ਵਿੱਚ, ਨॉन ਮੈਟਲ ਦੀ ਵੈਲੈਂਸੀ ਹੈ ਮਾਈਨਸ ਮਤਲਬ ਉਹਨੇ ਇਲੈਕਟ੍ਰੋਨ ਗੇਨ ਕਰਨਾ ਹੈ। ਤਾਂ ਜਿੰਨਾ ਐਟਮ ਛੋਟਾ ਹੋਏਗਾ ਨਾ ਉਨਾ ਉਹਦਾ ਆਊਟਰਮੋਸਟ ਸ਼ੈਲ ਨੇੜੇ ਹੋਏਗਾ, ਉਨਾ ਹੀ ਉਹ ਜਿਹੜਾ ਹੈ ਬਾਹਰੋਂ ਇਲੈਕਟ੍ਰੋਨ ਜਿਹੜਾ ਹੈ ਅਟਰੈਕਟ ਕਰਨ ਦੀ ਕੋਸ਼ਿਸ਼ ਜਲਦੀ ਕਰੇਗਾ। ਓਕੇ, ਤੇ ਜਿੰਨਾ ਉਹਦਾ ਐਟੋਮਿਕ ਸਾਈਜ਼ ਵੱਡਾ ਹੋਏਗਾ ਉਨਾ ਉਹਦਾ ਆਊਟਰਮੋਸਟ ਸ਼ੈਲ ਬਾਹਰ ਵਾਲਾ ਸ਼ੈਲ ਨਿਊਕਲੀਅਸ ਤੋਂ ਦੂਰ ਹੋਏਗਾ, ਯਾਨੀ ਉਨਾ ਹੀ ਉਹ ਜਿਹੜਾ ਹੈ ਘੱਟ ਰਿਐਕਟਿਵ ਹੋਏਗਾ, ਬਾਹਰੋਂ ਇਲੈਕਟ੍ਰੋਨ ਘੱਟ ਜਿਹੜਾ ਹੈ ਖਿੱਚ ਪਾਏਗਾ। ਮਤਲਬ ਇਲੈਕਟ੍ਰੋਨੈਗੇਟਿਵ ਨॉन ਮੈਟਲਸ ਦੇ ਕੇਸਿਸ ਦੇ ਵਿੱਚ ਜਿੰਨਾ ਐਟਮ ਛੋਟਾ ਹੈ, ਸੇਮ ਗਰੁੱਪ ਦੀ ਮੈਂ ਗੱਲ ਕਰ ਰਿਹਾ, ਜਿੰਨਾ ਐਟਮ ਛੋਟਾ ਹੈ ਉਨਾ ਜ਼ਿਆਦਾ ਰਿਐਕਟਿਵ ਹੋਏਗਾ, ਉਨਾ ਛੇਤੀ ਬਾਹਰੋਂ ਇਲੈਕਟ੍ਰੋਨ ਖਿੱਚ ਪਾਏਗਾ। ਕਿਉਂ? ਨਿਊਕਲੀਅਸ ਤੋਂ ਆਊਟਰਮੋਸਟ ਸ਼ੈਲ ਬਿਲਕੁਲ ਨੇੜੇ ਹੈ, ਕਾਫੀ ਨੇੜੇ ਹੈ ਕੰਪੇਅਰ ਟੂ ਵੱਡਾ ਐਟਮ। ਓਕੇ, ਤਾਂ ਇਸ ਤੋਂ ਕੀ ਕਨਕਲੂਡ ਹੁੰਦਾ ਹੈ? ਹੁਣ ਇਸ ਨੂੰ ਦੁਬਾਰਾ ਸੋਚ ਕੇ ਦੇਖੋ। ਸਟੇਟ ਵੈਦਰ C ਇਜ਼ ਮੋਰ ਰਿਐਕਟਿਵ ਔਰ ਲੈਸ ਰਿਐਕਟਿਵ ਦੈਨ A। ਸੋ A ਤੇ C ਦੋਨੋਂ ਸੇਮ ਗਰੁੱਪ ਦੇ ਵਿੱਚ ਹੈ। ਜਿਹੜਾ ਐਟਮ ਸਾਈਜ਼ ਛੋਟਾ ਹੋਏਗਾ ਉਹ ਜ਼ਿਆਦਾ ਰਿਐਕਟਿਵ ਹੋਏਗਾ। ਕਿਹੜਾ ਐਟਮ ਸਾਈਜ਼ ਛੋਟਾ ਹੈ? ਜਿਹੜਾ ਕਿ ਉੱਪਰ ਹੋਏਗਾ ਐਲੀਮੈਂਟ, ਨੰਬਰ ਆਫ ਸ਼ੈਲਸ ਹੋਣਗੇ। ਹੁਣ ਜਿਵੇਂ A ਐਲੀਮੈਂਟ ਹੈ, ਨੰਬਰ ਆਫ ਸ਼ੈਲਸ ਹੈ 2, ਛੋਟਾ ਐਟਮ ਹੋ ਗਿਆ। C ਹੈ ਪੀਰੀਅਡ 4 ਦੇ ਵਿੱਚ ਹੈ, ਗਰੁੱਪ 17 ਦੇ ਵਿੱਚ ਨੰਬਰ ਆਫ ਸ਼ੈਲਸ ਹੋ ਗਏ 4, ਤਾਂ ਮਤਲਬ ਵੱਡਾ ਐਟਮ ਹੋ ਗਿਆ। ਸੋ A ਵਿਲ ਬੀ ਮੋਰ ਰਿਐਕਟਿਵ ਐਜ਼ ਕੰਪੇਅਰ ਟੂ C। ਪਾਰਟ C ਹੈ ਇਹਦਾ 6 ਕੁਐਸਚਨ ਦਾ। ਵਿਲ C ਬੀ ਲਾਰਜਰ ਔਰ ਸਮੋਲਰ ਇਨ ਸਾਈਜ਼ ਦੈਨ B। ਆਪਾਂ ਆਲਰੇਡੀ ਹੁਣੇ ਆਨਸਰ ਕਰ ਚੁੱਕੇ ਹਾਂ ਇਸ ਚੀਜ਼ ਨੂੰ। ਠੀਕ ਹੈ, A ਤੇ C ਦੇ ਕੇਸ ਦੇ ਵਿੱਚ, ਤੇ ਇਵੇਂ ਹੀ B ਤੇ C ਦੇ ਕੇਸ ਦੇ ਵਿੱਚ ਆਪਾਂ ਦੇਖ ਲੈਂਦੇ ਹਾਂ। ਜਦੋਂ ਪੀਰੀਅਡ ਦੇ ਵਿੱਚ ਲੈਫਟ ਟੂ ਰਾਈਟ ਮੂਵ ਕਰਦੇ ਹਾਂ, ਆਲਰੇਡੀ ਆਪਾਂ ਕਰ ਚੁੱਕੇ ਹਾਂ ਇਸ ਚੀਜ਼ ਨੂੰ। ਪੀਰੀਅਡ ਦੇ ਵਿੱਚ ਲੈਫਟ ਟੂ ਰਾਈਟ ਮੂਵ ਕਰਦੇ ਹਾਂ ਸੇਮ ਪੀਰੀਅਡ ਦੇ ਵਿੱਚ, ਤਾਂ ਅਟੋਮਿਕ ਸਾਈਜ਼ ਰਿਡਿਊਸ ਹੁੰਦਾ ਹੈ। B ਲੈਫਟ 'ਤੇ ਹੈ, C ਰਾਈਟ 'ਤੇ ਹੈ, ਮਤਲਬ ਕਿ B ਤੋਂ C ਵੱਲ ਜਦੋਂ ਜਾਵਾਂਗੇ ਅਟੋਮਿਕ ਸਾਈਜ਼ ਘਟ ਜਾਏਗਾ, ਯਾਨੀ B ਵੱਡਾ ਹੋਏਗਾ, C ਛੋਟਾ ਹੋਏਗਾ। ਸੋ B ਵਿਲ ਬੀ ਲਾਰਜਰ, C ਵਿਲ ਬੀ ਸਮੋਲਰ। ਓਕੇ, ਡੀ ਪਾਰਟ ਹੈ ਕੁਐਸਚਨ ਨੰਬਰ 6 ਦਾ। ਵਿਚ ਟਾਈਪ ਆਫ ਆਇਨ, ਕੈਟਾਇਨ ਔਰ ਐਨਾਇਨ ਵਿਲ ਬੀ ਫਾਰਮਡ ਬਾਈ ਐਲੀਮੈਂਟ A। ਤਾਂ ਆਇਨ ਕੀ ਹੁੰਦਾ ਪਹਿਲੇ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ, ਇਹਨੂੰ ਆਪਾਂ ਦੇਖ ਲੈਂਦੇ ਹਾਂ। ਹੁਣ ਦੇਖੋ ਜਿਵੇਂ ਜਿਹੜੇ ਵੀ ਐਲੀਮੈਂਟਸ ਹੈ ਜਿਨ੍ਹਾਂ ਦੀ ਪੋਜ਼ੀਟਿਵ ਵੈਲੈਂਸੀ ਹੈ, ਉਹ ਜਿਹੜਾ ਹੈ ਆਪਣੇ ਇਲੈਕਟ੍ਰੋਨ ਆਊਟਰਮੋਸਟ ਇਲੈਕਟ੍ਰੋਨ ਜਿਹੜੇ ਹੈ ਵੈਲੈਂਸ ਇਲੈਕਟ੍ਰੋਨ, ਉਹਨਾਂ ਨੂੰ ਲੂਜ਼ ਕਰ ਸਕਦੇ ਹਾਂ। ਜਦੋਂ ਲੂਜ਼ ਕਰ ਦੇਣਗੇ ਤਾਂ ਉਹਨਾਂ 'ਤੇ ਚਾਰਜ ਜਿਹੜਾ ਹੈ ਉਹ ਕੀ ਆ ਗਿਆ? ਪੋਜ਼ੀਟਿਵ। ਹੁਣ ਜਿਵੇਂ ਐਗਜ਼ਾਮਪਲ ਲੈਂਦੇ ਸੋਡੀਅਮ ਦੀ ਵੈਲੈਂਸੀ ਹੈ +1। ਜਦੋਂ ਉਹ ਆਪਣਾ ਇਲੈਕਟ੍ਰੋਨ ਲੂਜ਼ ਕਰ ਦੇਗਾ ਤਾਂ ਚਾਰਜ ਕਿੰਨਾ ਰਹੇਗਾ ਉਸ 'ਤੇ? +1, ਮਤਲਬ ਕਿ Na+ ਜਾਂ Na+1। ਇਵੇਂ ਮੈਗਨੀਸ਼ੀਅਮ ਦਾ ਐਟੋਮਿਕ ਨੰਬਰ ਹੈ 12, ਵੈਲੈਂਸੀ ਹੈ +2, ਯਾਨੀ ਕਿ 2 ਇਲੈਕਟ੍ਰੋਨ ਲੂਜ਼ ਕਰਨ ਤੋਂ ਬਾਅਦ ਚਾਰਜ ਕਿੰਨਾ ਹੋਏਗਾ? +2, ਯਾਨੀ ਕਿ Mg+2। ਓਕੇ, ਇਹ ਉੱਪਰ ਲਿਖਿਆ ਜਾਂਦਾ Mg ਦੇ ਉੱਪਰ +2। ਓਕੇ, ਇਵੇਂ N ਦੇ ਉੱਪਰ +1 ਜਾਂ ਸਿਰਫ ਪਲੱਸ। ਜਿਨ੍ਹਾਂ ਦੇ ਉੱਪਰ ਪਲੱਸ ਚਾਰਜ ਹੁੰਦਾ ਹੈ ਉਹ ਹੁੰਦੇ ਆ ਕੈਟਾਇਨਸ। ਠੀਕ ਹੈ, ਇਹਨੂੰ ਯਾਦ ਰੱਖਣਾ। ਜਿਨ੍ਹਾਂ ਦੇ ਪਲੱਸ ਚਾਰਜ ਹੁੰਦਾ ਹੈ, ਪੋਜ਼ੀਟਿਵ ਚਾਰਜ ਹੁੰਦਾ ਹੈ, ਦੋਜ਼ ਆਰ ਕੈਟਾਇਨਸ, ਯਾਨੀ ਕਿ ਸਾਰੇ ਮੈਟਲਸ ਕੈਟਾਇਨਸ ਫਾਰਮ ਕਰਨਗੇ। ਠੀਕ ਹੈ, ਇਹਦਾ ਆਪੋਜ਼ਿਟ ਜਿਹੜੇ ਕਿ ਨॉन ਮੈਟਲਸ ਹੁੰਦੇ ਹੈ, ਜਿਵੇਂ ਕਿ ਕਲੋਰੀਨ ਹੈ, ਫਲੋਰੀਨ ਹੈ,
इन्हां दा एटॉमिक नंबर है, इन्हां दा वैलेंसी है -1, यानी एक इलैक्ट्रॉन लैणगे। जदों ये एक इलैक्ट्रॉन ले लैणगे ਤਾਂ इन्हां ते एक इलैक्ट्रॉन ਜਿਹੜਾ है नैगेटिव चार्ज वध गया, ਤਾਂ Cl ਤੇ एक नैगेटिव चार्ज ਵਧੇਗਾ ਤਾਂ ਉਹਨੂੰ ਆਪਾਂ डिनोट ਕਰਦੇ ਹਾਂ Cl-1 ਜਾਂ ਫਿਰ Cl-। ਆਕਸੀਜਨ ਦਾ ਐਟੋਮਿਕ ਨੰਬਰ ਦੇ ਅਕੋਰਡਿੰਗ ਵੈਲੈਂਸੀ ਬਣਦੀ ਹੈ -2, यानी 2 इलैक्ट्रॉन लैंड तो बाद नेगेटिव चार्ज कितना बच जाएगा, 2 नेगेटिव चार्ज बच जाएगा। तो ऑक्सीजन की बनाएगा O-2। सो जेड़े O-2 या Cl-, यानी कि जेड़े भी इलैक्ट्रॉन नेगेटिव एलिमेंट्स हैं वो बनाते हैं एनायंस, यानी नैगेटिव वाले आयंस ਨੂੰ एनायन किया जाता है, जेड़े कि सारे नॉन मैटल्स या इलैक्ट्रोनैगेटिव एलिमेंट्स बनाते हैं। पॉजिटिव वाले चार्ज वाले आयंस ਨੂੰ कैटायंस किया जाता है, जेड़े कि मैटल्स या इलैक्ट्रोपॉजिटिव एलिमेंट्स बनाते हैं। ठीक है, सो दैट इज़ टू समराइज। ਹੁਣ ਇਹਦੇ ਵਿੱਚ ਦੇਖੋ कि ए ਜਿਹੜੀ एलिमेंट है, एलिमेंट ए ਉਹ ਕੀ ਬਣਾएगी, कैटायन बनाएगी या एनायन बनाएगी। ਹੁਣ ए एलिमेंट है ग्रुप 17 ਦੇ ਵਿੱਚ, ग्रुप 17 मतलब वैलेंसी -1 मतलब एनायन बनाएगी -1 वाला, यानी कि ए माइनस बनेगा या A-1 कह सकते हो, A- कह सकते हो। सो दैट विल फॉर्म एन एनायन। ओके, नेक्स्ट क्वेश्चन है क्वेश्चन नंबर 7। नाइट्रोजन एटॉमिक नंबर 7 एंड फॉस्फोरस एटॉमिक नंबर 15 बिलोंग टू ग्रुप 15 ऑफ द पीरियोडिक टेबल। ओके, एटॉमिक नंबर 7 नाइट्रोजन का है, 15 फॉस्फोरस है, दोनों ही ग्रुप नंबर 15 ਦੇ ਵਿੱਚ ਹੈ पीरियोडिक टेबल ਦੇ ਵਿੱਚ। राइट द इलैक्ट्रॉनिक कन्फिगरेशन ऑफ दीज 2 एलिमेंट्स। ये तुसी ऑलरेडी पहले कर चुके हो, जे तुसी कोई डाउट है तो आप ऑलरेडी इस वीडियो ਨੂੰ अलग तो शूट किया है, वो देखो। इलैक्ट्रॉनिक कन्फिगरेशन बनानी बहुत ईजी है। नैक्सट है विच ऑफ दीज विल बी मोर इलैक्ट्रोनैगेटिव एंड वाई। पिछले ही क्वेश्चन ਦੇ ਵਿੱਚ ਆਪਾਂ ਇਹਦਾ आंसर देख चुके हैं। ਜਿਹਦਾ ਐਟਮ ਛੋਟਾ ਹੋਏਗਾ, ਦੋਨੋਂ ਹੈ ਤਾਂ ਨॉन ਮੈਟਲਸ, ਦੋਨਾਂ ਦੀ ਵੈਲੈਂਸੀ ਜਿਹੜੀ ਹੈ ਉਹ ਹੈ -3, ਦੋਨਾਂ ਦੇ ਹੀ ਬਾਹਰ ਵਾਲੇ ਸ਼ੈਲ ਦੇ ਵਿੱਚ 5 ਇਲੈਕਟ੍ਰੋਨ ਹੈ। ਤਾਂ ਦੋ ਹੀ ਤਰੀਕੇ, ਜਾਂ ਤਾਂ 5 ਇਲੈਕਟ੍ਰੋਨ ਦੇ ਦਿਓ ਜਾਂ 3 ਇਲੈਕਟ੍ਰੋਨ ਲੈ ਕੇ 8 ਪੂਰੇ ਕਰ ਲਓ। ठीक है, तो 3 इलैक्ट्रॉन लेना छोटा नंबर है, लेना सौखा है इलैक्ट्रॉन। सो 3 इलैक्ट्रॉन लेना मतलब वैलेंसी होगी -3, दोनों की वैलेंसी -3 है। पर हुण जिहदा एटम का साइज़ छोटा होएगा, यानी वो सब तो बाहर वाला शैल न्यूक्लियस नेड़े होएगा, वो ज़्यादा रिएक्टिव होएगा, ज़्यादा छेती बाहरों किसी होर एलीमेंट कोलों इलैक्ट्रॉन खिंच सकेगा। ओके, इस केस में देखो हुण एटॉमिक साइज़ किहदा छोटा है, दोनों ही सेम ग्रुप दे विच हैं। जिहड़ा एलीमेंट उपर है ਉਹਦੇ ਕੋਲ नंबर ऑफ शैल्स घट होंगे तो एटॉमिक साइज़ छोटा होएगा, जो थले है एलीमेंट ਉਹਦਾ एटॉमिक साइज़ वड्डा होएगा क्योंकि नंबर ऑफ शैल्स वध गए। सो नाइट्रोजन कोल जिहड़े हैं किन्ने हैं ਉਹਦੇ ਕੋਲ शैल्स, 2 शैल्स हैं। फॉस्फोरस कोल कितने शैल हैं, 3 शैल हैं। तो एटॉमिक साइज़ छोटा किहदा हो गया, नाइट्रोजन का। तो ज़्यादा रिएक्टिव कौन हो गया, नाइट्रोजन। दैट इज़ योर आंसर। 8th क्वेश्चन है हाउ डज द इलैक्ट्रॉनिक कन्फिगरेशन ऑफ एन एटम रिलेट टू इट्स पोजिशन इन द मॉडर्न पीरियोडिक टेबल। बहुत ही सिंपल जो आंसर है ਇਹਦਾ, वेरी सिंपल। इन्हों का क्वेश्चन है कि इलैक्ट्रॉनिक कन्फिगरेशन किसी भी एलीमेंट की मॉडर्न पीरियोडिक टेबल के किहड़ी थां है उहदे नाल किवें रिलेट करती है, उस पर किवें निर्भर करती है। देखो मॉडर्न पीरियोडिक टेबल के जिहड़े एलीमेंट की जिथे भी थां है वो किस बेसिस ते है, एटॉमिक नंबर के बेसिस ते। तो जिथे भी वो जिहड़ा है एलीमेंट है पीरियोडिक टेबल के आपां नूं उस तो पता लगता कि उसका एटॉमिक नंबर कितना। एटॉमिक नंबर जिन्ना है उन्ने ही इलैक्ट्रॉन्स होंदे हैं। जो तुहानूं एटॉमिक नंबर पता लग गया, इलैक्ट्रॉन्स पता लग गए, तो तुसीं उहदी इलैक्ट्रॉनिक कन्फिगरेशन तो बना ही सकते हो, राइट। सो इलैक्ट्रॉनिक कन्फिगरेशन इज़ डायरैक्टली बेस्ड ऑन द पोजिशन ऑफ एनी एलिमेंट इन द पीरियोडिक टेबल। ओके, बिकॉज द पोजिशन टेल्स अस द एटॉमिक नंबर ऑफ दैट एलिमेंट। ओके, नेक्स्ट आ गया क्वेश्चन नंबर 9। इन द मॉडर्न पीरियोडिक टेबल कैल्शियम एटॉमिक नंबर 20 is surrounded by elements with atomic numbers 12, 19, 21, 38. Which of these have physical properties and chemical properties resembling calcium? ਹੁਣ देखो कैल्शियम है एटॉमिक नंबर 20, इन्हों के चारों पासे के एलीमेंट देते हैं, यानी कि एक एलीमेंट ऊपर होएगा, एक थले होएगा, एक लैफ्ट होएगा, एक राइट होएगा। ऊपर तो थले वाले सेम ग्रुप में हो गए, लैफ्ट ते राइट वाले सेम पीरियड के हो गए। प्रॉपर्टीज़ किहदे नाल मिलणगीਆਂ, ਜਿਹੜੇ कि सेम ग्रुप ਦੇ ਵਿੱਚ ਹੋਣਗੇ, क्योंकि किसी भी ग्रुप ਦੇ ਵਿੱਚ सारे एलीमेंट्स की वैलेंसी इक्को जिहो जी होंदी है। वैलेंसी सेम होना मतलब इक्को तरीके नाल रिएक्ट करनगे, ਉਹਦੀ खासियत इक्को जिहो जी होएगी। ਹੁਣ ਆਪਾਂ पीरियोडिक टेबल ਦੇ ਵਿੱਚ देख लेंगे हैं कि कैल्शियम कितने है, तो ਉਹਦੇ आस-पास ਕਿਹੜੇ-ਕਿਹੜੇ एटॉमिक नंबर वाले एलीमेंट्स हैं। सो ये अपने को आ गई पीरियोडिक टेबल। ਇਹਦੇ ਵਿੱਚ आ गया 20 कैल्शियम। कैल्शियम के उपर है एटॉमिक नंबर 12 तो थले है एटॉमिक नंबर 38 मैगनीशियम तो स्ट्रोंशियम। इन्हों दोनों की प्रॉपर्टीज़ बिल्कुल कैल्शियम वाली होणगियां,
ਮੈਗਨੀਸ਼ੀਅਮ ਕੈਲਸ਼ੀਅਮ ਤੇ ਸਟ੍ਰੋਂਸ਼ੀਅਮ ਸੇਮ ਗਰੁੱਪ ਦੇ ਵਿੱਚ ਹੈ, ਵੈਲੈਂਸੀ ਇਹਨਾਂ ਦੀ ਹੈ +2, ਯਾਨੀ ਕਿ ਕੈਮੀਕਲ ਪ੍ਰੋਪਰਟੀਜ਼ ਫਿਜ਼ੀਕਲ ਪ੍ਰੋਪਰਟੀਜ਼ ਆਪਸ ਵਿੱਚ ਮਿਲਣਗੀਆਂ। ਠੀਕ ਹੈ, ਸੋ ਦੈਟ ਇਜ਼ ਯੋਰ ਆਨਸਰ। ਤੇ ਜਿਹੜੇ 19 ਤੇ 21 ਹੈ ਲੈਫਟ ਤੇ ਰਾਈਟ ਵਾਲੇ ਪੋਟੈਸ਼ੀਅਮ ਤੇ ਸਕੈਂਡੀਅਮ, ਇਹ ਸੇਮ ਪੀਰੀਅਡ ਦੇ ਵਿੱਚ ਹੈ ਪਰ ਇਹਨਾਂ ਦੀ ਵੈਲੈਂਸੀ ਸੇਮ ਪੀਰੀਅਡ ਵਿੱਚ ਹੈ ਪਰ ਸੇਮ ਗਰੁੱਪ ਵਿੱਚ ਨਹੀਂ ਹੈ, ਵੈਲੈਂਸੀ ਅਲੱਗ ਅਲੱਗ ਹੋ ਗਈ। ਜੇ ਵੈਲੈਂਸੀ ਅਲੱਗ ਹੈ तब खासियत भी अलग अलग हो गई। सो आंसर है एटॉमिक नंबर 12 ਤੇ 38 ਵਾਲੀ ਐਲੀਮੈਂਟ ਜਿਹੜੀ ਹੈ ਉਹਦੀ ਪ੍ਰੋਪਰਟੀਜ਼ ਕੈਲਸ਼ੀਅਮ ਵਾਂਗ ਹੋਣਗੀਆਂ, ਪਰ ਪੋਟੈਸ਼ੀਅਮ ਤੇ ਸਕੈਂਡੀਅਮ ਐਟੋਮਿਕ ਨੰਬਰ 19 ਤੇ 21 ਦੀਆਂ ਸੇਮ ਨਹੀਂ ਹੋਣਗੀਆਂ। ਠੀਕ ਹੈ, ਦੈਟ ਇਜ਼ ਯੋਰ ਆਨਸਰ। ਨੈਕਸਟ ਕੁਐਸਚਨ ਤੇ ਆਉਂਦੇ ਹਾਂ। ਨੈਕਸਟ ਕੁਐਸਚਨ ਹੈ ਆਪਣੇ ਕੋਲ ਕੁਐਸਚਨ ਨੰਬਰ 10, ਕੰਪੇਅਰ ਐਂਡ ਕੰਟਰਾਸਟ ਦ ਅਰੇਂਜਮੈਂਟ ਆਫ ਐਲੀਮੈਂਟਸ ਇਨ ਦ ਮੈਂਡਲੀਵਸ ਪੀਰੀਓਡਿਕ ਟੇਬਲ ਐਂਡ ਦ ਮਾਡਰਨ ਪੀਰੀਓਡਿਕ ਟੇਬਲ। ਕਿ ਮੈਂਡਲੀਵ ਦੀ ਪੀਰੀਓਡਿਕ ਟੇਬਲ ਤੇ ਮਾਡਰਨ ਪੀਰੀਓਡਿਕ ਟੇਬਲ ਵਿੱਚ ਐਲੀਮੈਂਟਸ ਨੂੰ ਕਿਵੇਂ ਜਿਹੜਾ ਹੈ ਕਲਾਸੀਫਾਈ ਕੀਤਾ ਗਿਆ, ਕਿਵੇਂ ਉਹਨਾਂ ਦਾ ਅਰੇਂਜਮੈਂਟ ਕੀਤਾ ਗਿਆ, ਉਸ ਨੂੰ ਕੰਪੇਅਰ ਕਰਨਾ। ਬੜਾ ਸਿੰਪਲ ਹੈ। ਪਹਿਲਾ ਪੁਆਇੰਟ ਤਾਂ ਹੈ ਕਿ ਮੈਂਡਲੀਵ ਦਾ ਬੇਸਿਸ ਕੀ ਸੀ, ਅਟੋਮਿਕ ਮਾਸ, ਫਿਜ਼ੀਕਲ ਪ੍ਰੋਪਰਟੀਜ਼ ਤੇ ਕੈਮੀਕਲ ਪ੍ਰੋਪਰਟੀਜ਼ ਆਫ ਦ ਐਲੀਮੈਂਟਸ। ਜਦਕਿ ਜਿਹੜਾ ਮਾਡਰਨ ਪੀਰੀਓਡਿਕ ਟੇਬਲ ਹੈ ਉਹਦੇ ਵਿੱਚ ਫਿਜ਼ੀਕਲ ਤੇ ਕੈਮੀਕਲ ਪ੍ਰੋਪਰਟੀਜ਼ ਤਾਂ ਰੱਖੀਆਂ ਗਈਆਂ ਪਰ ਉਹਦੇ ਨਾਲ ਅਟੋਮਿਕ ਮਾਸ ਦੀ ਜਗ੍ਹਾ ਤੇ ਅਟੋਮਿਕ ਨੰਬਰ ਨੂੰ ਰੱਖਿਆ ਗਿਆ। ਠੀਕ ਹੈ, ਦੈਟ ਇਜ਼ ਦ ਫਰਸਟ ਥਿੰਗ। ਮੈਂਡਲੀਵ ਦੀ ਪੀਰੀਓਡਿਕ ਟੇਬਲ ਦੇ ਵਿੱਚ ਹਾਈਡਰੋਜਨ ਨੂੰ ਪੱਕੀ ਥਾਂ ਨਹੀਂ ਦਿੱਤੀ ਗਈ, ਕਨਫਿਊਜ਼ਨ ਸੀ। ਮਾਡਰਨ ਪੀਰੀਓਡਿਕ ਟੇਬਲ ਦੇ ਵਿੱਚ ਉਹਨੂੰ ਵੀ ਪੱਕੀ ਥਾਂ ਦਿੱਤੀ ਗਈ। ਥਰਡ ਮੋਸਟ ਇੰਪੋਰਟੈਂਟ ਕਿ ਮੈਂਡਲੀਵ ਦੀ ਪੀਰੀਓਡਿਕ ਟੇਬਲ ਦੇ ਵਿੱਚ ਕੁਝ ਐਲੀਮੈਂਟ ਨੂੰ ਸੇਮ ਬਾਕਸ ਦੇ ਵਿੱਚ ਰੱਖਿਆ ਗਿਆ। ਕਨਫਿਊਜ਼ਨ ਸੀ ਕਿ ਉਹਨਾਂ ਦਾ ਗਰੁੱਪ ਹੁਣ ਕਿਹੜਾ ਬਣਾਇਆ ਜਾਵੇ। ਠੀਕ ਹੈ, ਜਿਵੇਂ ਆਪਾਂ ਐਗਜ਼ਾਮਪਲ ਇੱਕ ਲੈ ਲੈਂਦੇ ਹਾਂ, ਕਾਫੀ ਪਿੱਛੇ ਜਾਣਾ ਪਏਗਾ ਚੈਪਟਰ ਦੇ ਵਿੱਚ ਬਟ ਆਪਾਂ ਲੈ ਲੈਂਦੇ ਹਾਂ ਇਹਦਾ ਐਗਜ਼ਾਮਪਲ। ਓਕੇ, ਸੋ ਹੇਅਰ ਵੀ ਗੋ। ਹੁਣ ਜੇ ਤੁਸੀਂ ਦੇਖੋਗੇ ਗਰੁੱਪ ਨੰਬਰ 8 ਦੇ ਵਿੱਚ ਆਪਣੇ ਕੋਲ 3 ਐਲੀਮੈਂਟਸ ਦਿਖ ਰਹੀਆਂ, ਤਿੰਨੋਂ ਹੀ ਸੇਮ ਬਾਕਸ 'ਚ ਰੱਖੀਆਂ ਗਈਆਂ, ਆਇਰਨ, ਕੋਬਲਟ ਤੇ ਨਿਕਲ। ਇਵੇਂ ਹੀ ਅੱਗੇ ਇਹ ਤਿੰਨੋਂ ਐਲੀਮੈਂਟਸ, ਅੱਗੇ ਤਿੰਨੋਂ ਐਲੀਮੈਂਟਸ। ਠੀਕ ਹੈ, ਸੋ ਇਹਨਾਂ ਬਾਰੇ ਕਨਫਿਊਜ਼ਨ ਜਿਹੜੀ ਹੈ ਅਜੇ ਸੀ ਕਿ ਇਹਨਾਂ ਨੂੰ ਕਿੱਥੇ ਰੱਖਿਆ ਜਾਵੇ। ਹੁਣ ਇਵੇਂ ਇਹ ਦੋ ਐਲੀਮੈਂਟ ਦੇਖੋਗੇ ਸੇਮ ਬਾਕਸ ਦੇ ਵਿੱਚ ਹੈ, ਇਹ ਦੋ ਐਲੀਮੈਂਟ ਸੇਮ ਬਾਕਸ ਦੇ ਵਿੱਚ। ਕਿਉਂ ਇਹ ਸੇਮ ਬਾਕਸ ਦੇ ਵਿੱਚ ਆਈਆਂ? ਕਿਉਂਕਿ ਇਹਨਾਂ ਨੇ ਗਰੁੱਪਸ ਜਿਹੜੇ ਆ ਉਹ 8 ਹੀ ਬਣਾਏ। ਹੁਣ ਜੇ ਗਰੁੱਪਸ ਮਾਡਰਨ ਪੀਰੀਓਡਿਕ ਟੇਬਲ ਦੇ ਵਿੱਚ 18 ਹੈ ਤਾਂ ਹਰੇਕ ਐਲੀਮੈਂਟ ਨੂੰ ਆਪਣਾ ਵੱਖਰਾ ਵੱਖਰਾ ਬਾਕਸ ਮਿਲ ਗਿਆ, ਉਹਨਾਂ ਨੂੰ ਆਪਣੀ ਵੱਖਰੀ ਵੱਖਰੀ ਥਾਂ ਮਿਲ ਗਈ। ਠੀਕ ਹੈ, ਸੋ ਇਹ 3 ਮੇਜਰ ਡਿਫਰੈਂਸ ਜਿਹੜੇ ਆਪਾਂ ਡਿਸਕਸ ਕੀਤੇ। ਸੋ ਇੱਕ ਵਾਰ ਸਮਰਾਈਜ਼ ਕਰ ਦਿੰਦੇ ਹਾਂ। ਇਹਦਾ ਆਨਸਰ ਜਿਹੜਾ ਹੈ, ਓਕੇ ਲੈਟਸ ਗੈਟ ਬੈਕ ਟੂ ਦ ਕੁਐਸਚਨ ਫਸਟ। ਸੋ ਸਾਡਾ ਕੁਐਸਚਨ ਸੀ ਕੁਐਸਚਨ ਨੰਬਰ 10 ਕਿ ਕੰਪੇਅਰ ਕਰਨਾ ਹੈ ਮੈਂਡਲੀਵ ਦੀ ਪੀਰੀਓਡਿਕ ਟੇਬਲ ਤੇ ਮਾਡਰਨ ਪੀਰੀਓਡਿਕ ਟੇਬਲ ਨੂੰ। ਸੋ ਫਸਟ ਡਿਫਰੈਂਸਿਸ, ਮੈਂਡਲੀਵ periodic table was based on 3 basic concepts. Number 1 was atomic mass, then the physical properties and the chemical properties of the elements. And modern periodic table was based on atomic number instead of atomic mass and the physical and chemical properties of the elements. That is first difference, first contrast. Second है अपने कोल hydrogen was not given a specific place in the Mendeleev's periodic table while it was given a fixed position in the modern periodic table. Third difference है many elements were kept in the same box in the Mendeleev's periodic table as number of groups were 8 only, but in the modern periodic table every element got its own box as number of groups were increased and there are 18 groups in the modern periodic table. Okay, so ਇਹ ਕੁਝ ਆਪਣੇ ਕੋਲ ਹੈ ਕੰਟਰਾਸਟ ਜਿਹੜੇ ਰਹੇ। ਤੇ ਕੰਪੈਰੀਜ਼ਨ ਦੇ ਵਿੱਚ ਇੱਕ ਆਪਾਂ ਕਾਮਨ ਪੁਆਇੰਟਸ ਵੀ ਦੇਖਦੇ ਹਾਂ ਕਿ ਕਾਮਨ ਪੁਆਇੰਟਸ ਜਿਹੜੇ ਹੈ ਮੈਂਡਲੀਵ ਨੇ ਵੀ ਸੇਮ ਗਰੁੱਪ ਦੇ ਵਿੱਚ ਜਿਹੜੇ ਐਲੀਮੈਂਟਸ ਰੱਖੇ ਉਹਨਾਂ ਦੀ ਪ੍ਰੋਪਰਟੀ ਸੇਮ ਸੀ, ਸਿਮਿਲਰ ਸੀ। ਠੀਕ ਹੈ, ਇਵੇਂ ਹੀ ਜਿਹੜੇ ਮਾਡਰਨ ਪੀਰੀਓਡਿਕ ਟੇਬਲ ਦੇ ਵਿੱਚ ਰੱਖੇ ਉਹਨਾਂ ਦੀਆਂ ਵੀ ਬਿਲਕੁਲ ਸੇਮ ਤੇ ਸਿਮਿਲਰ ਪ੍ਰੋਪਰਟੀ ਸੀ, ਸੇਮ ਗਰੁੱਪ ਦੇ ਐਲੀਮੈਂਟਸ ਦੀਆਂ। ਸੋ ਦੈਟ ਵਾਜ਼ ਅ ਵਿਨ ਵਿਨ ਸਿਚੁਏਸ਼ਨ, ਦੋਨਾਂ ਨੇ ਹੀ ਬਹੁਤ ਅੱਛੇ ਤਰੀਕੇ ਨਾਲ ਕੰਮ ਕੀਤਾ ਇਸ 'ਤੇ। ਓਕੇ, ਸੋ ਇਹ ਕੁਛ ਆਪਣਾ ਹੋ ਗਿਆ, ਇਹਨਾਂ ਦੇ ਆਨਸਰਸ ਕੰਪਲੀਟ ਹੋ ਗਏ ਇੱਥੇ। ਨੈਕਸਟ ਹੈ ਗਰੁੱਪ ਐਕਟੀਵਿਟੀ। ਸੋ ਫਸਟ ਹੈ we have discussed the major attempts made for classifying elements. Find out from the internet or the library about other attempts to classify the elements. Okay, so ਆਪਾਂ ਇਸ ਚੈਪਟਰ ਦੇ ਵਿੱਚ ਕਲਾਸੀਫਿਕੇਸ਼ਨ ਕਰਨ ਦੇ ਅਲੱਗ-ਅਲੱਗ ਮਾਡਲ ਪੜ੍ਹੇ, ਜਿਵੇਂ ਕਿ ਡੋਬਨੀਅਰ ਦਾ ਮਾਡਲ ਪੜ੍ਹਿਆ, ਨਿਊਲੈਂਡ ਲਾਅ ਆਫ ਆਕਟੇਵਸ ਪੜ੍ਹਿਆ, ਮੈਂਡਲੀਵ ਦੀ ਪੀਰੀਓਡਿਕ ਟੇਬਲ ਨੂੰ ਪੜ੍ਹਿਆ, ਹੈਨਰੀ ਮੂਜ਼ਲੀ ਦੀ ਮਾਡਰਨ ਪੀਰੀਓਡਿਕ ਟੇਬਲ ਨੂੰ ਪੜ੍ਹਿਆ। ਸੋ ਇਹ 4 ਮਾਡਲ ਨੂੰ ਆਪਾਂ ਡਿਸਕਸ ਕੀਤਾ। ਬਟ ਦੇਖੋ ਕਿੰਨੇ ਸਾਇੰਟਿਸਟ ਨੇ ਇਸ 'ਤੇ ਕੰਮ ਕੀਤਾ ਹੋਏਗਾ। ਹੁਣ ਜਿਨ੍ਹਾਂ ਦੇ ਕੰਮ ਬਿਲਕੁਲ ਸਕਸੈਸਫੁਲ ਹੋਏ ਤਾਂ ਉਹਨਾਂ ਦੇ ਤਾਂ ਪਬਲਿਸ਼ ਹੋ ਗਏ, ਪਰ ਹੋਰ ਵੀ ਕਾਫੀਆਂ ਨੇ ਕੰਮ ਕੀਤਾ ਹੋਏਗਾ ਨਾ ਜਿਨ੍ਹਾਂ ਦੇ ਕੰਮ ਪਬਲਿਸ਼ ਨਹੀਂ ਹੋਏ ਹੋਣਗੇ ਜਾਂ ਜਿਨ੍ਹਾਂ 'ਚ ਕੋਈ ਕਮੀਆਂ ਰਹਿ ਗਈਆਂ ਹੋਣਗੀਆਂ। ਤਾਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਕਿ ਹੋਰ ਕਿਹੜੇ ਕਿਹੜੇ ਸਾਇੰਟਿਸਟ ਨੇ ਇਸ 'ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕਿਹੜੇ ਕਿਹੜੇ ਹੋਰ ਮਾਡਲ ਇਸ 'ਤੇ ਥੋੜ੍ਹਾ ਕਲੋਜ਼ ਪਹੁੰਚ ਪਾਏ। ਠੀਕ ਹੈ, ਇਹ ਪਹਿਲੀ ਐਕਟੀਵਿਟੀ ਹੈ। ਇੰਟਰਨੈਟ ਦੀ ਹੈਲਪ ਲਓ, ਇਹਨੂੰ ਟਰਾਈ ਕਰੋ। ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਣਾ, ਥੋੜ੍ਹਾ ਦੇਖੋ ਇਹਨੂੰ ਤਾਂ ਕਿ ਕਨਫਿਊਜ਼ ਨਹੀਂ ਹੋਣਾ, ਜਸਟ ਲਿਮਿਟਡ ਜਿਹਨੂੰ ਦੇਖੋ। ਨੈਕਸਟ ਸੈਕਿੰਡ ਹੈ we have studied the long form of periodic table.
The modern periodic law has been used to arrange elements in other ways too. Find out what are these. ਸੋ ਆਪਾਂ ਇੱਕ ਮਾਡਰਨ ਪੀਰੀਓਡਿਕ ਟੇਬਲ, ਆਪਾਂ ਜਿਹੜੀ ਪੀਰੀਓਡਿਕ ਟੇਬਲ ਪੜ੍ਹੀ ਹੈ ਇਹਦੇ ਵਿੱਚ ਇਹ ਡਿਟੇਲ ਫਾਰਮੈਟ ਹੈ, ਇਹਦੇ ਵਿੱਚ ਸਾਰੇ ਐਲੀਮੈਂਟਸ ਨੂੰ ਇੱਕ ਡਿਟੇਲ ਦੇ ਵਿੱਚ ਲਿਖਿਆ ਗਿਆ ਹੈ। ਸੋ ਇਹਦੇ ਹੋਰ ਕੀ ਤਰੀਕੇ ਇਹਨੂੰ ਲਿਖਣ ਦੇ, ਠੀਕ ਹੈ, ਕੀ ਕੋਈ ਸ਼ਾਰਟਕਟਸ ਹੈ, ਕੁਝ ਸ਼ਾਰਟ ਤਰੀਕੇ ਨਾਲ ਵੀ ਆਪਾਂ ਬਣਾ ਸਕਦੇ ਹਾਂ ਮਾਡਰਨ ਪੀਰੀਓਡਿਕ ਲਾਅ ਦੇ ਅਕੋਰਡਿੰਗ। ਇਹਨੂੰ ਨੈਟ ਤੇ ਸਰਚ ਕਰਨ ਦੀ ਕੋਸ਼ਿਸ਼ ਕਰੋ ਕਿ ਮਾਡਰਨ ਪੀਰੀਓਡਿਕ ਲਾਅ ਦੇ ਅਕੋਰਡਿੰਗ ਐਲੀਮੈਂਟਸ ਨੂੰ ਕਿਵੇਂ ਅਰੇਂਜ ਕੀਤਾ ਜਾਂਦਾ, ਕੀ ਕੁਝ ਸ਼ਾਰਟਕਟਸ ਵੀ ਹੈ ਇਹਨੂੰ ਅਰੇਂਜ ਕਰਨ ਦੇ। ਸੋ ਇਹਨੂੰ ਟਰਾਈ ਕਰਨ ਦੀ ਕੋਸ਼ਿਸ਼ ਕਰੋ, ਠੀਕ ਹੈ। ਸੋ ਇਹ ਦੋਨੋਂ ਹੀ ਕੁਐਸਚਨ ਜਿਹੜੇ ਹੈ ਬਹੁਤ ਡਿਟੇਲ ਦੇ ਵਿੱਚ ਨਹੀਂ ਕਰਨ ਦੀ ਲੋੜ ਹੈ, ਬਟ ਲਿਮਿਟਿਡ ਇਸ ਨੂੰ ਰਿਸਰਚ ਜ਼ਰੂਰ ਕਰੋ ਇੱਕ ਵਾਰ, ਅਤੇ ਇਸ ਨੂੰ ਕਿਸੇ ਨਾ ਕਿਸੇ ਫਿਊਚਰ ਦੀ ਵੀਡੀਓ ਦੇ ਵਿੱਚ ਹੋ ਸਕੇਗਾ ਤਾਂ ਇਹਨੂੰ ਇਨਕਲੂਡ ਵੀ ਕਰਾਂਗੇ। ਓਕੇ, ਅਤੇ ਆਪਣਾ ਇਹ ਚੈਪਟਰ ਜਿਹੜਾ ਹੈ ਕੰਪਲੀਟ ਹੋ ਗਿਆ ਹੈ। ਇੱਥੇ ਐਕਸਰਸਾਈਜ਼ ਦੇ ਵੀ ਸਾਰੇ ਤੁਹਾਨੂੰ ਆਨਸਰਸ ਮਿਲ ਚੁੱਕੇ ਹਨ। ਹੁਣ ਇਸ ਸਾਰੇ ਚੈਪਟਰ ਨੂੰ, ਪੂਰੇ ਚੈਪਟਰ ਨੂੰ ਚੰਗੀ ਤਰ੍ਹਾਂ ਇੱਕ ਵਾਰ ਰਿਵਾਈਜ਼ ਕਰੋ, ਕਿਉਂਕਿ ਇਹ ਤੁਹਾਡਾ ਬੇਸ ਚੈਪਟਰ ਹੈ ਪੂਰੀ ਕੈਮਿਸਟਰੀ ਦਾ। ਨਾ ਹੀ ਸਿਰਫ 10th ਕਲਾਸ ਤੁਹਾਡੇ ਪਹਿਲੇ 5 ਚੈਪਟਰ ਜਿਹੜੇ ਕੈਮਿਸਟਰੀ ਦੇ ਸਿਰਫ ਉਹਨਾਂ ਦਾ ਹੀ ਨਹੀਂ, ਅਤੇ ਅਗਲੇ ਜਿਹੜੇ ਆਉਣ ਵਾਲੀ ਤੁਸੀਂ ਕਲਾਸਿਸ ਵਿੱਚ ਜੇ ਤੁਸੀਂ ਸਾਇੰਸ ਸਬਜੈਕਟ ਜਦੋਂ ਵੀ ਪੜ੍ਹੋਗੇ, ਜਿੱਥੇ ਵੀ ਕੈਮਿਸਟਰੀ ਆਏਗੀ ਤਾਂ ਉਹਨਾਂ ਦਾ ਬੇਸ ਹੈ। ਓਕੇ, ਸੋ ਇਸ ਲਈ ਆਪਾਂ ਇਸ ਚੈਪਟਰ ਨੂੰ ਬਹੁਤ ਹੀ ਆਰਾਮ ਨਾਲ, ਤਸੱਲੀ ਨਾਲ ਕੀਤਾ ਹੈ ਤਾਂ ਕਿ ਇਸ ਨੂੰ ਤੁਸੀਂ ਡਿਟੇਲ ਸਮਝ ਪਾਓ। ਹੁਣ ਅਗਲੇ ਚੈਪਟਰ ਤੁਸੀਂ ਦੇਖੋਗੇ ਆਪਾਂ ਕਾਫੀ ਸਪੀਡ ਨਾਲ ਕਵਰ ਕਰ ਸਕਦੇ ਹਾਂ। ਸੋ ਇਸ ਚੈਪਟਰ ਦੇ ਕਿਸੇ ਨੂੰ ਕੋਈ ਡਾਊਟ ਹੈ ਤਾਂ ਇੱਕ ਦਿਨ ਹੋਰ ਆਪਾਂ ਰਿਜ਼ਰਵ ਰੱਖਦੇ ਹਾਂ ਇਹਦੇ ਲਈ, ਅੱਜ ਦਾ ਦਿਨ ਅਤੇ ਕੱਲ੍ਹ ਦਾ ਦਿਨ। ਅੱਜ ਇਸ ਵੀਡੀਓ ਨੂੰ ਦੇਖ ਕੇ ਦੁਬਾਰਾ ਇੱਕ ਵਾਰ ਰਿਵਾਈਜ਼ ਕਰੋ ਚੈਪਟਰ ਨੂੰ। ਕੋਈ ਵੀ ਡਾਊਟਸ ਹੈ ਤਾਂ ਕੱਲ੍ਹ ਦੁਬਾਰਾ ਵੀਡੀਓਜ਼ ਨੂੰ ਦੇਖੋ, ਰਿਵਾਈਂਡ ਕਰਕੇ ਦੇਖੋ। ਜਿੱਥੇ ਵੀ ਡਾਊਟਸ ਆਪਣੇ ਡਾਊਟਸ ਕਲੀਅਰ ਕਰੋ, ਕॉन्सेप्ट्स ਕਲੀਅਰ ਕਰੋ। ਕॉन्सेप्ट्स ਨੂੰ ਮਾਈਂਡ 'ਚ ਬਿਠਾਓ, ਰੱਟਾ ਨਹੀਂ ਮਾਰੋ, ਕ੍ਰਾਮ ਨਹੀਂ ਕਰੋ, ਠੀਕ ਹੈ। ਅਤੇ ਪਰਸੋਂ ਤੋਂ ਆਪਣਾ ਜਿਹੜਾ ਹੈ ਨੈਕਸਟ ਚੈਪਟਰ ਸਟਾਰਟ ਹੋ ਜਾਏਗਾ। ਆਲ ਦਾ ਬੈਸਟ, ਥੈਂਕ ਯੂ ਸੋ ਮਚ।